Dear students, good morning to all of you. Welcome to Department of Physical Education and Sports, Guru Nanak Collegiate Senior Secondary School for Girls. ਅੱਜ ਦਾ ਆਪਣਾ ਟੌਪਿਕ ਹੈ ਬੇਟਾ ਕਾਜ਼ਿਜ਼ ਐਂਡ ਪ੍ਰੀਵੈਂਸ਼ਨਸ ਆਫ ਸਪੋਰਟਸ ਇੰਜਰੀਜ਼। ਕਾਜ਼ਿਜ਼ ਕੀ ਨੇ? ਸਪੋਰਟਸ ਇੰਜਰੀ ਦੇ ਕੀ ਕਾਰਨ ਨੇ ਜਦੋਂ ਸੱਟਾਂ ਲੱਗਦੀਆਂ ਸਾਡੇ ਸਪੋਰਟਸ ਦੇ ਵਿੱਚ, ਕਿ ਖੇਡ ਮੈਦਾਨ ਵਿੱਚ ਜਦੋਂ ਵੀ ਅਸੀਂ ਖੇਡਦੇ ਸਮੇਂ ਕੋਈ ਸੱਟ ਲੱਗ ਜਾਂਦੀ ਹੈ ਤਾਂ ਇਹ ਆਮ ਹੀ ਗੱਲ ਹੈ। ਖਿਡਾਰੀ ਨੂੰ ਆਪਣੇ ਜੀਵਨ ਵਿੱਚ ਖੇਡਦੇ ਸਮੇਂ ਕੋਈ ਵੀ ਕਈ ਵਾਰ ਸੱਟਾਂ ਲੱਗਦੀਆਂ, ਜਾਂ ਉਹ ਮੁਕਾਬਲਾ ਹੋਵੇ ਜਾਂ ਕਈ ਵਾਰੀ ਪ੍ਰੈਕਟਿਸ ਕਰਦੇ ਹੋਣ ਖਿਡਾਰੀ, ਤਾਂ ਸੱਟ ਲੱਗਣਾ ਸੁਭਾਵਿਕ ਹੀ ਹੈ, ਜਾਂ ਕਿਸੇ ਖਿਡਾਰੀ ਦੇ ਨਾਲ ਟਕਰਾਉਣ ਦੇ ਕਾਰਨ ਵੀ ਜਿਹੜੀਆਂ ਖੇਡ ਦੇ ਦੌਰਾਨ ਸੱਟਾਂ ਲੱਗ ਜਾਂਦੀਆਂ ਨੇ। ਇਹਦੇ ਕਾਜ਼ਿਜ਼ ਨੇ, ਕੀ ਕਾਰਨ ਨੇ? ਕਾਜ਼ਿਜ਼ ਆਫ ਸਪੋਰਟਸ ਇੰਜਰੀਜ਼, ਲੈਕ ਆਫ ਫਿਜ਼ੀਕਲ ਫਿਟਨੈਸ, ਸਰੀਰਕ ਜਿਹੜੀ ਯੋਗਤਾ ਉਹਦੀ ਘਾਟ ਆ। ਕੀ ਘਾਟ ਹੈ? ਕਿ ਜਦੋਂ ਮੁਕਾਬਲੇ ਤੋਂ ਪਹਿਲਾਂ ਕੋਈ ਵੀ ਸਿਖਲਾਈ ਸਮੇਂ ਖਿਡਾਰੀ ਦੇ ਵਿੱਚ ਜਿਹੜੇ ਸਰੀਰਕ ਗੁਣਾਂ ਦਾ ਵਿਕਾਸ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਉਹ ਕੰਪੀਟੀਸ਼ਨ ਦੇ ਵਿੱਚ ਚੰਗਾ ਪ੍ਰਦਰਸ਼ਨ ਕਰ ਸਕੇ ਆਪਦਾ। ਜੇਕਰ ਖਿਡਾਰੀ ਦੇ ਵਿੱਚ ਸਰੀਰਕ ਯੋਗਤਾ ਦੀ ਘਾਟ ਹੋਵੇਗੀ ਤਾਂ ਉਹ ਖੇਡ ਜਿਹੜੀ ਪ੍ਰਤੀਯੋਗਤਾ ਦੇ ਦੌਰਾਨ ਛੇਤੀ ਥੱਕ ਜਾਵੇਗਾ, ਜਿਸ ਕਾਰਨ ਖਿਡਾਰੀ ਉੱਪਰ ਸਰੀਰਕ ਦਬਾਅ ਵੱਧ ਜਾਂਦਾ ਹੈ, ਅਤੇ ਸਰੀਰਕ ਦਬਾਅ ਜਾਂ ਥਕਾਵਟ ਦੇ ਕਾਰਨ ਉਹ ਸਹੀ ਢੰਗ ਦੇ ਨਾਲ ਖੇਡਣ ਤੋਂ ਅਸਮਰਥ ਹੋ ਜਾਂਦਾ ਹੈ। ਲਗਾਤਾਰ ਗਲਤੀਆਂ ਕਰਦਾ ਰਹਿੰਦਾ ਖਿਡਾਰੀ। ਦੂਸਰੇ ਖਿਡਾਰੀ ਨੂੰ ਵੀ ਸੱਟ ਲੱਗਣ ਦਾ ਇਹਦੇ ਨਾਲ ਡਰ ਰਹਿੰਦਾ। ਸੈਕਿੰਡ ਹੈਗਾ ਹੈ ਇਨਡੈਕਿਊਟ ਨੌਲੇਜ, ਜਾਣਕਾਰੀ ਦੀ ਘਾਟ। ਖਿਡਾਰੀ ਖੇਡ ਦੇ ਦੌਰਾਨ ਜਿਹੜੀ ਖੇਡ ਦੇ ਵਿੱਚ ਭਾਗ ਲੈਣ ਤੋਂ ਪਹਿਲਾਂ ਖੇਡ ਦੇ ਮੈਦਾਨ ਵਿੱਚ ਖੇਡ ਦੇ ਨਿਯਮਾਂ ਦੇ ਜਾਂ ਜਿਹੜੇ ਇਕਵਿਪਮੈਂਟਸ ਨੇ ਉਹਨਾਂ ਦੇ ਸਾਰੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਖਿਡਾਰੀ ਨੂੰ। ਜੇਕਰ ਖਿਡਾਰੀ ਨੂੰ ਖੇਡ ਦੇ ਨਿਯਮਾਂ ਦੀ ਪੂਰੀ ਜਾਣਕਾਰੀ ਨਹੀਂ ਹੈਗੀ ਤਾਂ ਉਸ ਨੂੰ ਸੱਟ ਲੱਗਣ ਦਾ ਜਿਹੜਾ ਖਤਰਾ ਹਮੇਸ਼ਾ ਬਣਿਆ ਰਹਿੰਦਾ। ਸੈਕਿੰਡ ਹੈ ਡਿਊ ਟੂ ਇੰਪੈਕਟ, ਸਿੱਧੀ ਟੱਕਰ ਕਾਰਨ। ਕਿਵੇਂ ਇੰਜਰ ਹੁੰਦਾ ਖਿਡਾਰੀ? ਜਦੋਂ ਸਿੱਧੀ ਟੱਕਰ ਲੱਗ ਜਾਂਦੀ ਹੈ। ਟੀਮ ਜਾਂ ਖੇਡਾਂ ਦੇ ਮੁਕਾਬਲੇ ਵਿੱਚ ਦੌਰਾਨ ਜਿਹੜੇ ਖਿਡਾਰੀ ਆ ਉਹਦੀ ਗਤੀ ਅਤੇ ਜਿਹੜੀ ਤਾਕਤ ਨਾਲ ਵਿਰੋਧੀ ਟੀਮ ਦਾ ਮੁਕਾਬਲਾ ਕਰਦੇ ਹਨ। ਖੇਡਦੇ ਸਮੇਂ ਵਿਰੋਧੀ ਖਿਡਾਰੀ ਨੂੰ ਰੋਕਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਜਦੋਂ ਇਹ ਕੋਸ਼ਿਸ਼ ਵਿੱਚ ਖਿਡਾਰੀ ਆਪਸ ਵਿੱਚ ਟਕਰਾ ਜਾਂਦੇ ਹਨ, ਪਰ ਕਈ ਵਾਰੀ ਖਿਡਾਰੀਆਂ ਦੀ ਗਤੀ ਤੇਜ਼ ਹੋਣ ਕਰਕੇ ਜਦੋਂ ਸਪੀਡ 'ਤੇ ਭੱਜ ਰਹੇ ਹੁੰਦੇ ਆ ਤਾਂ ਇੱਕ ਦੂਜੇ ਨਾਲ ਖਿਡਾਰੀ ਟਕਰਾ ਜਾਂਦੇ ਆ, ਜਿਸ ਕਾਰਨ ਉਹਨਾਂ ਦੇ ਸੱਟ ਲੱਗ ਜਾਂਦੀ ਹੈ। ਫੁੱਟਬਾਲ ਦੇ ਵਿੱਚ, ਹਾਕੀ ਦੇ ਵਿੱਚ ਜ਼ਿਆਦਾਤਰ ਇਹ ਸੱਟਾਂ ਜਿਹੜੀਆਂ ਲੱਗਦੀਆਂ ਨੇ। ਥਰਡ ਹੈ ਸਾਡਾ, ਫੋਰਥ ਪੁਆਇੰਟ ਹੈ ਸਾਡਾ ਰੋਂਗ ਟੈਕਨੀਕਸ, ਜਿਹੜੀ ਗਲਤ ਤਕਨੀਕ ਦੇ ਨਾਲ ਖੇਡਣਾ। ਜਦੋਂ ਸਾਨੂੰ ਕੋਈ ਤਕਨੀਕ ਹੀ ਨਹੀਂ ਹੁੰਦੀ ਖੇਡਣ ਦੀ, ਜਾਂ ਇੱਕ ਟੀਮ ਬਹੁਤ ਵਧੀਆ ਆਪਣਾ ਖੇਡ ਰਹੀ ਹੁੰਦੀ ਹੈ ਅਤੇ ਜਿਹੜੀ ਉਹਦੇ ਨਾਲ ਕੰਪੀਟੀਸ਼ਨ ਦੇ ਵਿੱਚ ਦੂਜੀ ਟੀਮ ਹੁੰਦੀ ਹੈ ਉਹਨੂੰ ਕੋਈ ਬਹੁਤਾ ਵਧੀਆ ਖੇਡਣਾ ਨਹੀਂ ਆਉਂਦਾ, ਤਾਂ ਉਹਨਾਂ ਨੂੰ ਕੋਈ ਟੈਕਨੀਕ ਨਹੀਂ ਹੁੰਦੀ, ਤਾਂ ਜਿਹੜੇ ਚੰਗੇ ਖਿਡਾਰੀ ਆ ਉਹਨਾਂ ਦੇ ਵੀ ਸੱਟ ਲੱਗ ਸਕਦੀ ਹੈ ਜਾਂ ਲੱਗਣ ਦਾ ਡਰ ਰਹਿੰਦਾ। ਗਲਤ ਤਕਨੀਕ ਦੇ ਕਾਰਨ ਜਿਹੜੀਆਂ ਮਾਸਪੇਸ਼ੀਆਂ ਅਤੇ ਜੋੜਾਂ ਉੱਪਰ ਗਲਤ ਪ੍ਰਭਾਵ ਪੈਂਦਾ। ਵਾਰ-ਵਾਰ ਜਿਹੜੇ ਮਸਲਸ ਆ ਜਾਂ ਜੋੜ ਆ ਉਹਨਾਂ ਉੱਪਰ ਦਬਾਅ ਪੈਣ ਦੇ ਕਾਰਨ ਖਿਡਾਰੀ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ, ਅਤੇ ਉਸਦੇ ਪ੍ਰਭਾਵਿਤ ਜਿਹੜੇ ਸਰੀਰਕ ਅੰਗ ਨੇ ਉਹਨਾਂ ਵਿੱਚ ਸੋਜ ਆ ਜਾਂਦੀ ਹੈ। ਇਸ ਪ੍ਰਕਾਰ ਜਿਹੜੀ ਸੱਟ ਹੁੰਦੀ ਹੈ ਲੰਮੇ ਸਮੇਂ ਤੱਕ ਖਿਡਾਰੀ ਦੇ ਜਿਹੜੇ ਪ੍ਰਦਰਸ਼ਨ ਨੂੰ ਪ੍ਰਭਾਵਿਤ ਕਰਦੀ ਰਹਿੰਦੀ ਹੈ। ਫਿਫਥ ਪੁਆਇੰਟ ਹੈ ਸਾਡਾ ਇੰਪਰੋਪਰ ਓਵਰਲੋਡ, ਅਣਉਚਿਤ ਵਾਧੂ ਭਾਰ। ਲੋੜ ਤੋਂ ਜ਼ਿਆਦਾ ਭਾਰ ਆ ਜਿਹੜਾ ਅਸੀਂ ਖਿਡਾਰੀ ਨੂੰ ਦਿੰਦੇ ਹਾਂ, ਉਹਦੇ ਕਾਰਨ ਵੀ ਜਿਹੜੀ ਸੱਟ ਦਾ ਵੱਡਾ ਕਾਰਨ ਹੈ। ਹਰੇਕ ਖਿਡਾਰੀ ਜਾਂ ਵਿਅਕਤੀ ਦੀ ਜਿਹੜੀ ਸਰੀਰਕ ਕੰਮ ਕਰਨ ਦੀ ਸੀਮਾ ਹੁੰਦੀ ਹੈ ਉਹ ਅਲੱਗ-ਅਲੱਗ ਹੁੰਦੀ ਹੈ। ਕਈ ਵਾਰ ਕੋਚ ਖਿਡਾਰੀ ਦੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਦੇ ਲਈ ਉਸ ਉੱਪਰ ਲੋੜ ਤੋਂ ਵੱਧ ਭਾਰ ਪਾ ਦਿੰਦਾ, ਭਾਵ ਖਿਡਾਰੀ ਦੀ ਜਿਹੜੀ ਸਰੀਰਕ ਸਮਰੱਥਾ ਤੋਂ ਵੱਧ ਸਿਖਲਾਈ ਦੀ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ। ਇਹ ਥਕਾਵਟ ਦੀ ਹਾਲਤ ਵਿੱਚ ਖਿਡਾਰੀ ਆਪਣੀ ਖੇਡ ਉੱਪਰ ਪੂਰਾ ਧਿਆਨ ਕੇਂਦਰਿਤ ਨਹੀਂ ਕਰ ਸਕਦਾ, ਕਿਉਂਕਿ ਉਹ ਹਮੇਸ਼ਾ ਥੱਕਿਆ ਹੀ ਰਹਿੰਦਾ, ਜਿਸ ਕਾਰਨ ਜਿਹੜੀ ਖਿਡਾਰੀ ਨੂੰ ਸੱਟ ਲੱਗਣ ਦਾ ਖਤਰਾ ਬਣਿਆ ਰਹਿੰਦਾ। 6 ਪੁਆਇੰਟ ਹੈ ਸਾਡਾ ਇੰਪਰੋਪਰ ਵਾਰਮਿੰਗ ਅਪ, ਜਦੋਂ ਅਸੀਂ ਸਹੀ ਢੰਗ ਦੇ ਨਾਲ ਵਾਰਮ ਅਪ ਨਹੀਂ ਹੁੰਦੇ, ਸਰੀਰ ਨੂੰ ਚੰਗੀ ਤਰ੍ਹਾਂ ਨਹੀਂ ਗਰਮਾਉਂਦੇ। ਖੇਡ ਦੇ ਵਿੱਚ ਭਾਗ ਲੈਣ ਤੋਂ ਪਹਿਲਾਂ ਜਿਹੜਾ ਖਿਡਾਰੀ ਹੈ ਉਹਨੂੰ ਸਰੀਰ ਨੂੰ ਆਪਣੇ ਨੂੰ ਚੰਗੀ ਤਰ੍ਹਾਂ ਪਹਿਲਾਂ ਵਾਰਮ ਅਪ ਕਰ ਲੈਣਾ ਚਾਹੀਦਾ, ਜਿਸ ਨਾਲ ਸਰੀਰ ਦੀਆਂ ਜਿਹੜੀਆਂ ਮਾਸਪੇਸ਼ੀਆਂ ਉਹਨਾਂ ਦੇ ਤਾਪਮਾਨ ਵਿੱਚ ਵਾਧਾ ਹੁੰਦਾ, ਜੋੜਾਂ ਵਿੱਚ ਲਚਕ ਆਉਂਦੀ ਹੈ, ਸਰੀਰ ਆ ਜਿਹੜਾ ਖੇਡ ਪ੍ਰਤੀਯੋਗਤਾ ਵਿੱਚ ਭਾਗ ਲੈਣ ਦੇ ਲਈ ਤਿਆਰ ਹੋ ਜਾਂਦਾ।
ਇਹਦੇ ਕਾਰਨ ਸਰੀਰ ਨੂੰ ਖੇਡਣ ਤੋਂ ਪਹਿਲਾਂ ਸਹੀ ਢੰਗ ਦੇ ਨਾਲ ਜਿਹੜਾ ਗਰਮਾਉਣਾ ਚਾਹੀਦਾ, ਜਿਹਨੂੰ ਅਸੀਂ ਵਾਰਮਿੰਗ ਅਪ ਕਹਿੰਦੇ ਹਾਂ, ਕਿ ਅਸੀਂ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸਰੀਰ ਨੂੰ ਵਾਰਮ ਅਪ ਕਰਦੇ ਹਾਂ। ਤਾਂ ਜਿਹੜੀ ਖੇਡ ਦੇ ਦੌਰਾਨ ਮਾਸਪੇਸ਼ੀਆਂ ਵਿੱਚ ਖਿਚਾਅ ਅਤੇ ਜਿਹੜੇ ਜੋੜਾਂ ਵਿੱਚ ਮੋਚ ਆਉਣ ਦਾ ਜਿਹੜਾ ਖਤਰਾ ਉਹ ਬਣਿਆ ਰਹਿੰਦਾ ਜਦੋਂ ਅਸੀਂ ਪ੍ਰੋਪਰ ਵਾਰਮ ਅਪ ਨਹੀਂ ਹੁੰਦੇ। ਸੈਕਿੰਡ ਹੈ ਇੰਪਰੋਪਰ ਸਪੋਰਟਸ ਗਰਾਊਂਡ ਐਂਡ ਸਪੋਰਟਸ ਇਕਵਿਪਮੈਂਟ। ਜਦੋਂ ਸਾਨੂੰ ਪ੍ਰੋਪਰ ਵਧੀਆ ਸਪੋਰਟਸ ਦਾ ਗਰਾਊਂਡ ਨਹੀਂ ਮਿਲਦਾ, ਪ੍ਰੋਪਰ ਇਕਵਿਪਮੈਂਟ ਨਹੀਂ ਮਿਲਦੇਗੇ, ਤਾਂ ਉਹਦੇ ਵਿੱਚ ਵੀ ਜਿਹੜੀਆਂ ਖੇਡਾਂ ਦੇ ਵਿੱਚ ਸੱਟਾਂ ਲੱਗਣ ਦਾ ਜਿਹੜਾ ਖਦਸ਼ਾ ਉਹ ਰਹਿੰਦਾ ਸਾਨੂੰ ਹਮੇਸ਼ਾ। ਖਰਾਬ ਖੇਡ ਮੈਦਾਨ ਅਤੇ ਘਟੀਆ ਉਪਕਰਨ ਦੇ ਕਾਰਨ। ਜੇਕਰ ਖੇਡ ਦਾ ਮੈਦਾਨ ਸਹੀ ਆਕਾਰ ਵਿੱਚ ਨਹੀਂ ਹੈਗਾ, ਸਮਤਲ ਨਹੀਂ ਹੈਗਾ, ਖੇਡ ਦਾ ਮੈਦਾਨ ਵਿੱਚ ਰੋੜੇ ਹੈ, ਵੱਟੇ ਹੈ ਜਾਂ ਹੋਰ ਸਮਾਨ ਖਿਲਰੇ ਹੋਏ ਆ, ਤਾਂ ਖਿਡਾਰੀ ਨੂੰ ਸੱਟ ਆ ਜਿਹੜੀ ਲੱਗਣ ਦਾ ਖਤਰਾ ਹੁੰਦਾ ਹਮੇਸ਼ਾ। ਇਸ ਦੇ ਨਾਲ ਜੇਕਰ ਖਿਡਾਰੀ ਦੇ ਖੇਡ ਦੇ ਦੌਰਾਨ ਵਰਤੇ ਜਾਣ ਵਾਲੇ ਉਪਕਰਨ ਆ, ਜਿਵੇਂ ਹਾਕੀ ਹੈ, ਜੈਵਲਿਨ ਹੈ, ਹੈਮਰ ਆ ਆਦਿ ਘਟੀਆ ਕੁਆਲਿਟੀ ਦੇ ਹਨ, ਤਾਂ ਖੇਡ ਦੇ ਸਮੇਂ ਜਿਹੜੇ ਉਪਕਰਨ ਆ ਉਹ ਟੁੱਟ ਕੇ ਕਿਸੇ ਦੂਸਰੇ ਖਿਡਾਰੀ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਆ। ਇਹਨਾਂ ਕਾਰਨਾਂ ਕਰਕੇ ਜਿਹੜੀਆਂ ਉਹ ਸੱਟਾਂ ਲੱਗ ਜਾਂਦੀਆਂ। ਹੁਣ ਇਹਨਾਂ ਸੱਟਾਂ ਨੂੰ ਰੋਕਿਆ ਕਿਵੇਂ ਜਾ ਸਕਦਾ? ਪ੍ਰੀਵੈਂਸ਼ਨਸ ਆਫ ਸਪੋਰਟਸ ਇੰਜਰੀਜ਼। ਕੀ ਪ੍ਰੀਵੈਂਸ਼ਨਸ ਨੇ, ਅਸੀਂ ਕੀ ਬਚਾਅ ਕਰ ਸਕਦੇ ਹਾਂ ਸਪੋਰਟਸ ਇੰਜਰੀਜ਼ ਤੋਂ? ਜਦੋਂ ਆਪਾਂ ਕਹਿੰਦੇ ਹਾਂ ਕਿ ਇਲਾਜ ਨਾਲੋਂ ਪਰਹੇਜ਼ ਬਿਹਤਰ ਹੈ, ਇਹ ਕਹਾਵਤ ਸਾਨੂੰ ਸਿੱਖਿਆ ਦਿੰਦੀ ਹੈ ਹਮੇਸ਼ਾ ਕਿ ਇਲਾਜ ਨਾਲੋਂ ਭਾਈ ਪਰਹੇਜ਼ ਚੰਗਾ। ਜੇਕਰ ਖੇਡ ਦੇ ਦੌਰਾਨ ਪਹਿਲਾਂ ਅਤੇ ਖੇਡ ਦੇ ਦੌਰਾਨ ਕੁਝ ਜ਼ਰੂਰੀ ਗੱਲਾਂ ਨੂੰ ਧਿਆਨ ਰੱਖਿਆ ਜਾਵੇ ਤਾਂ ਇਹ ਕਾਫੀ ਹੱਦ ਤੱਕ ਜਿਹੜੀਆਂ ਖਿਡਾਰੀਆਂ ਦੇ ਸੱਟਾਂ ਲੱਗਦੀਆਂ ਉਹਨਾਂ ਤੋਂ ਬਚਿਆ ਜਾ ਸਕਦਾ ਹੈ। ਫਸਟ ਹੈ ਓਬੇ ਦਾ ਰੂਲਸ ਆਫ ਗੇਮਸ। ਖੇਡ ਨਿਯਮਾਂ ਦੀ ਪਾਲਣਾ ਕਰਨਾ। ਜੇ ਅਸੀਂ ਖੇਡ ਨਿਯਮਾਂ ਦੀ ਪ੍ਰੋਪਰ ਪਾਲਣਾ ਕਰਦੇ ਹਾਂ ਤਾਂ ਸਾਨੂੰ ਜਿਹੜੀਆਂ ਖੇਡ ਦੇ ਵਿੱਚ ਸੱਟਾਂ ਉਹਨਾਂ ਤੋਂ ਅਸੀਂ ਬਚ ਸਕਦੇ ਹਾਂ। ਖੇਡ ਮੈਦਾਨ ਵਿੱਚ ਜਿਹੜੀਆਂ ਲੱਗਣ ਵਾਲੇ ਅਧਿਕਾਰਤਕ ਸੱਟਾਂ ਹੈਗੀਆਂ ਜਿਹੜੀਆਂ ਉਹ ਖੇਡ ਮੁਕਾਬਲਿਆਂ ਦੇ ਦੌਰਾਨ ਲੱਗਦੀਆਂ। ਮੁਕਾਬਲੇ ਦੌਰਾਨ ਜਿਹੜੀ ਖੇਡ ਉੱਪਰ ਮੈਚ ਜਿੱਤਣ ਦਾ ਦਬਾਅ ਹੁੰਦਾ ਹੈ, ਜਿਸ ਕਾਰਨ ਉਹ ਖੇਡ ਦੌਰਾਨ ਉਤੇਜਕ ਹੋ ਜਾਂਦੇ ਨੇ ਖਿਡਾਰੀ। ਉਤੇਜਨਾ ਕਾਰਨ ਖਿਡਾਰੀ ਗਲਤ ਤਰੀਕੇ ਨਾਲ ਹਮਲਾ ਜਾਂ ਬਚਾਵ ਕਰਦਾ ਹੈ, ਖੇਡ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ, ਜਿਸ ਕਾਰਨ ਜਿਹੜੀਆਂ ਸੱਟਾਂ ਲੱਗਣ ਦਾ ਖਤਰਾ ਵੱਧ ਜਾਂਦਾ ਹੈ। ਜੇਕਰ ਖਿਡਾਰੀ ਸੰਜਮ ਦੇ ਨਾਲ ਨਿਯਮਾਂ ਦੇ ਅਧੀਨ ਖੇਡਦਾ ਹੈ ਅਤੇ ਆਪਣੇ ਆਪ ਨੂੰ ਸੱਟਾਂ ਤੋਂ ਬਚਾ ਸਕਦਾ ਹੈ। ਸੈਕਿੰਡ ਹੈਗਾ ਬੈਲੈਂਸ ਡਾਈਟ। ਸੰਤੁਲਿਤ ਆਹਾਰ, ਸੰਤੁਲਿਤ ਭੋਜਨ। ਜੇ ਸਾਨੂੰ ਬੈਲੈਂਸ ਡਾਈਟ ਮਿਲਦੀ ਹੈ ਸਰੀਰਕ ਕਸਰਤ ਕਰਨ ਵੇਲੇ, ਖਿਡਾਰੀ ਲਈ ਸੰਤੁਲਿਤ ਆਹਾਰ ਜਾਂ ਜਿਹਨੂੰ ਅਸੀਂ ਕਹਿੰਦੇ ਬੈਲੈਂਸ ਡਾਈਟ ਬਹੁਤ ਜ਼ਰੂਰੀ ਹੈ। ਸਧਾਰਨ ਜਿਹੜੀ ਡਾਈਟ ਹੈਗੀ ਇਹਦੇ ਨਾਲ ਖਿਡਾਰੀ ਦੀ ਸਰੀਰਕ ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਖਿਡਾਰੀ ਦੁਆਰਾ ਜਿਹੜੀ ਖਪਤ ਹੈਗੀ ਹੈ, ਜਿਹੜੀ ਊਰਜਾ ਉਹ ਖਪਤ ਕਰਦਾ ਹੈ, ਉਹਨੂੰ ਮੁੜ ਪ੍ਰਾਪਤ ਕਰਨ ਦੇ ਲਈ ਜਿਹੜੀ ਵਾਧੂ ਸ਼ਕਤੀ ਦੇ ਲਈ ਕਾਰਬੋਹਾਈਡਰੇਟਸ ਆ, ਪ੍ਰੋਟੀਨ ਆਦਿ ਦੀ ਵਧੇਰੇ ਲੋੜ ਪੈਂਦੀ ਹੈ। ਜੇ ਸਾਡੇ ਕੋਲ ਬੈਲੈਂਸ ਡਾਈਟ ਖਿਡਾਰੀ ਨੂੰ ਨਹੀਂ ਮਿਲਦੀ ਤਾਂ ਉਹਦੀ ਜਿਹੜੀ ਥਕਾਵਟ ਆ ਉਹ ਦੂਰ ਨਹੀਂ ਹੋ ਸਕਦੀ, ਜਿਸ ਨਾਲ ਖਿਡਾਰੀ ਨੂੰ ਖੇਡ ਦੇ ਮੈਦਾਨ ਵਿੱਚ ਜਿਹੜਾ ਸਹੀ ਪ੍ਰਦਰਸ਼ਨ ਆ ਉਹ ਨਹੀਂ ਕਰ ਸਕਦਾ। ਜੇ ਸਾਨੂੰ ਬੈਲੈਂਸ ਡਾਈਟ ਮਿਲੇਗੀ ਤਾਂ ਇਹਨਾਂ ਸਾਰੀਆਂ ਪ੍ਰਦਰਸ਼ਨ ਤੋਂ ਜਾਂ ਸਾਡੀਆਂ ਸੱਟਾਂ ਜਿਹੜੀਆਂ ਜਲਦੀ ਭਰ ਜਾਂਦੀਆਂ ਨੇ ਜਾਂ ਸੱਟਾਂ ਲੱਗਣ ਦਾ ਖਦਸ਼ਾ ਜਿਹੜਾ ਉਹ ਘਟ ਜਾਂਦਾ। ਥਰਡ ਹੈ ਪ੍ਰੋਪਰ ਵਾਰਮ ਅਪ। ਜੇ ਅਸੀਂ ਪ੍ਰੋਪਰ ਵਾਰਮ ਅਪ ਹੋਵਾਂਗੇ, ਬਾਡੀ ਸਾਡੀ ਪ੍ਰੋਪਰ ਵਾਰਮ ਅਪ ਹੋਊਗੀ ਤਾਂ ਜਿਹੜੇ ਸਾਡੇ ਮਸਲਸ ਨੇ ਉਹ ਖੁੱਲ੍ਹ ਜਾਂਦੇ ਨੇ, ਸਾਡੇ ਵਿੱਚ ਫਲੈਕਸੀਬਿਲਿਟੀ ਆ ਜਾਂਦੀ ਹੈ। ਜੇ ਅਸੀਂ ਪ੍ਰੋਪਰ ਵਾਰਮ ਅਪ ਆਪਦੇ ਸਰੀਰ ਨੂੰ ਕਰਾਂਗੇ ਤਾਂ ਉਹਦੇ ਵਿੱਚ ਵੀ ਜਿਹੜੀਆਂ ਇਹ ਖੇਡ ਦੇ ਵਿੱਚ ਸੱਟਾਂ ਉਹਨਾਂ ਤੋਂ ਅਸੀਂ ਬਚ ਸਕਦੇ ਹਾਂ। ਪ੍ਰੋਪਰ ਫਿਜ਼ੀਕਲ ਫਿਟਨੈਸ। ਪ੍ਰੋਪਰ ਫਿਜ਼ੀਕਲ ਫਿਟਨੈਸ ਮਤਲਬ ਉਚਿਤ ਸਰੀਰਕ ਯੋਗਤਾ। ਜੇ ਅਸੀਂ ਸਾਡੀ ਬਾਡੀ ਪ੍ਰੋਪਰ ਫਿੱਟ ਹੈਗੀ ਆ, ਖੇਡ ਪ੍ਰਤੀਯੋਗਤਾ ਦੇ ਵਿੱਚ ਭਾਗ ਲੈਣ ਵਾਲਾ ਜਿਹੜਾ ਖਿਡਾਰੀ ਹੈ ਉਹ ਪੂਰੀ ਤਰ੍ਹਾਂ ਫਿੱਟ ਅਤੇ ਸਿਹਤਮੰਦ ਹੋਣਾ ਚਾਹੀਦਾ। ਖਿਡਾਰੀ ਦੀ ਜਿਹੜੀ ਸਰੀਰਕ ਯੋਗਤਾ ਦਾ ਪੱਧਰ ਹੈ ਉਹ ਠੀਕ ਹੋਣਾ ਚਾਹੀਦਾ। ਜੇਕਰ ਖਿਡਾਰੀ ਦੀ ਜਿਹੜੀ ਸਰੀਰਕ ਯੋਗਤਾ ਹੈ ਉਹ ਘੱਟ ਹੋਵੇਗੀ ਤਾਂ ਉਹ ਛੇਤੀ ਥੱਕ ਜਾਊਗਾ, ਜਿਸ ਕਾਰਨ ਮਾਸਪੇਸ਼ੀਆਂ ਵਿੱਚ ਖਿਚਾਅ ਆਉਂਦਾ ਅਤੇ ਹੋਰ ਸੱਟਾਂ ਲੱਗਣ ਦਾ ਵੀ ਖਤਰਾ ਵੱਧ ਜਾਂਦਾ। ਇਸ ਤੋਂ ਇਲਾਵਾ ਜੇਕਰ ਖਿਡਾਰੀ ਨੂੰ ਮੁਕਾਬਲੇ ਤੋਂ ਪਹਿਲਾਂ ਹੀ ਕਿਸੇ ਪ੍ਰਕਾਰ ਦੀ ਸੱਟ ਲੱਗ ਜਾਂਦੀ ਹੈ ਤਾਂ ਉਸਨੂੰ ਖੇਡ ਪ੍ਰਤੀਯੋਗਤਾ ਵਿੱਚ ਭਾਗ ਨਹੀਂ ਲੈਣਾ ਚਾਹੀਦਾ। ਨੈਕਸਟ ਹੈ ਸਾਡਾ ਜਿਹੜੇ ਉਪਕਰਨ ਆ ਸਾਡੇ ਬਚਾਅ ਵਾਲੇ ਉਹਨਾਂ ਦੀ ਵਰਤੋਂ ਕਰਨਾ। ਯੂਜ਼ ਆਫ ਪ੍ਰੋਟੈਕਟਿਵ ਗ੍ਰੇਜ਼। ਜਿਹੜਾ ਹਰੇਕ ਖਿਡਾਰੀ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦੀ ਸੱਟ ਲੱਗਣ ਦਾ ਖਤਰਾ ਹੁੰਦਾ ਹੈ। ਜੇ ਇਹਨਾਂ ਸੱਟਾਂ ਤੋਂ ਬਚਣਾ ਹੈ ਤਾਂ ਕਈ ਤਰ੍ਹਾਂ ਦੇ ਬਚਾਅ ਜਿਹੜੇ ਉਪਕਰਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਵੇਂ ਹਾਕੀ, ਫੁੱਟਬਾਲ ਹੈ, ਛਿੰਨ ਪੈਡ ਆ, ਕ੍ਰਿਕਟ ਦੇ ਵਿੱਚ ਹੈਲਮਟ ਆ,
ਭਾਰ ਚੁੱਕਣ ਵੇਲੇ ਬੈਲਟ ਦੀ ਵਰਤੋਂ ਆ, ਬਾਕਸਿੰਗ ਦੇ ਵਿੱਚ ਦੰਦਾਂ ਦੇ ਲਈ ਗਾਰਡ ਅਸੀਂ ਪਾਉਣੇ ਆ। ਇਹਨਾਂ ਦਾ ਅਸੀਂ ਪ੍ਰੋਪਰ ਉਪਕਰਨਾਂ ਦੀ ਵਰਤੋਂ ਕਰਦੇ ਹਾਂ ਤਾਂ ਜਿਹੜੀਆਂ ਸੱਟਾਂ ਤੋਂ ਅਸੀਂ ਬਚ ਸਕਦੇ ਹਾਂ। ਨੈਕਸਟ ਹੈ ਪ੍ਰੋਪਰ ਪਲੇਗਰਾਊਂਡ। ਪ੍ਰੋਪਰ ਪਲੇਗਰਾਊਂਡ ਜੇ ਸਾਨੂੰ ਮਿਲਦਾ ਹੈਗਾ, ਉਚਿਤ ਖੇਡ ਦਾ ਮੈਦਾਨ, ਫਿਰ ਵੀ ਜਿਹੜੀਆਂ ਸੱਟਾਂ ਤੋਂ ਬਚਿਆ ਜਾ ਸਕਦਾ ਹੈ। ਪ੍ਰੈਕਟਿਸ ਦੇ ਦੌਰਾਨ ਜਾਂ ਖੇਡ ਮੁਕਾਬਲੇ ਦੇ ਲਈ ਵਰਤਿਆ ਜਾਣ ਵਾਲਾ ਖੇਡ ਮੈਦਾਨ ਆ ਜਿਹੜਾ ਹਰ ਪੱਖੋਂ ਉਚਿਤ ਹੋਣਾ ਚਾਹੀਦਾ। ਖੇਡ ਮੈਦਾਨ ਸਮਤਲ ਉਚਿਤ ਆਕਾਰ ਦਾ ਹੋਣਾ ਚਾਹੀਦਾ ਹੈ। ਖੇਡ ਮੈਦਾਨ ਵਿੱਚ ਖੇਡ ਨਿਯਮਾਂ ਅਨੁਸਾਰ ਘਾਹ ਹੋਣਾ ਚਾਹੀਦਾ ਹੈ। ਖੇਡ ਮੈਦਾਨ ਵਿੱਚ ਜ਼ਿਆਦਾ ਸਖਤ ਨਹੀਂ ਹੋਣਾ ਚਾਹੀਦਾ। ਜਿਹੜਾ ਖੇਡ ਮੈਦਾਨ ਆ ਜਿਹੜਾ ਸਾਡਾ ਸਪੋਰਟਸ ਗਰਾਊਂਡ ਆ, ਉਹ ਲੋੜੀਂਦੇ ਜਿਹੜੇ ਬਚਾਅ ਉਪਕਰਨ ਆ ਉਹਦੇ ਵਿੱਚ ਮੌਜੂਦ ਹੋਣੇ ਚਾਹੀਦੇ ਆ। ਉਹਦੇ ਵਿੱਚ ਫਸਟ ਏਡ ਦੀ ਸਹੂਲਤ ਵੀ ਹੋਣੀ ਚਾਹੀਦੀ ਹੈ। ਮੈਦਾਨ ਦੇ ਜਿਹੜੇ ਆਲੇ ਦੁਆਲੇ ਉਹਦੇ ਵਿੱਚ ਚਾਰ ਦੀਵਾਰੀ ਹੋਣੀ ਚਾਹੀਦੀ ਹੈ ਤਾਂ ਕਿ ਬਾਹਰੋਂ ਕੋਈ ਜਾਨਵਰ ਨਾ ਆਉਣ, ਖੇਡ ਦੇ ਮੈਦਾਨ ਵਿੱਚ ਦਾਖਲ ਨਾ ਹੋ ਸਕਣ ਅਤੇ ਜਿਹੜੇ ਬੱਚੇ ਆ ਉਹ ਪ੍ਰੋਪਰ ਆਪਣੀ ਖੇਡ ਦਾ ਜਿਹੜਾ ਪ੍ਰੈਕਟਿਸ ਆ ਉਹ ਕਰ ਸਕਣ। ਨੈਕਸਟ ਹੈ ਪ੍ਰੋਪਰ ਰੈਸਟ। ਪ੍ਰੈਕਟਿਸ ਦੇ ਤੋਂ ਬਾਅਦ ਜਾਂ ਖੇਡਣ ਤੋਂ ਬਾਅਦ ਜਿਹੜੀ ਸਾਨੂੰ ਪ੍ਰੋਪਰ ਆਰਾਮ ਦੀ ਜਿਹੜੀ ਜ਼ਰੂਰਤ ਆ ਉਹ ਜ਼ਿਆਦਾ ਹੁੰਦੀ ਹੈ। ਖੇਡ ਦਾ ਜਦੋਂ ਅਸੀਂ ਪ੍ਰੈਕਟਿਸ ਕਰਦੇ ਹਾਂ ਉਹ ਤੋਂ ਬਾਅਦ ਖਿਡਾਰੀ ਨੂੰ ਆਰਾਮ ਕਰਨ ਲਈ ਪੂਰਾ ਸਮਾਂ ਦੇਣਾ ਚਾਹੀਦਾ ਤਾਂ ਕਿ ਖਿਡਾਰੀ ਦੇ ਜਿਹੜਾ ਅਗਲਾ ਅਭਿਆਸ ਦੇ ਲਈ ਪੂਰੀ ਤਰ੍ਹਾਂ ਤਿਆਰ ਹੋ ਸਕੇ। ਰੈਸਟ ਬਹੁਤ ਜ਼ਰੂਰੀ ਹੈ। ਜੇਕਰ ਖਿਡਾਰੀ ਸਹੀ ਢੰਗ ਦੇ ਨਾਲ ਲੋੜੀਂਦੇ ਸਮੇਂ ਤੱਕ ਆਰਾਮ ਨਹੀਂ ਕਰਦਾ ਤਾਂ ਜਿਹੜੀ ਖਿਡਾਰੀ ਦੇ ਵਿੱਚ ਸਰੀਰਕ ਥਕਾਵਟ ਆ ਉਹ ਦੂਰ ਨਹੀਂ ਹੁੰਦੀ। ਇਸ ਦੇ ਲਈ ਇਹ ਪ੍ਰੀਵੈਂਸ਼ਨਸ ਨੇ ਸਾਡੀਆਂ ਸਪੋਰਟਸ ਦੇ ਇੰਜਰੀਜ਼ ਦੀਆਂ, ਅਤੇ ਅੱਗੇ ਆਪਾਂ ਇਸ ਤੋਂ ਬਾਅਦ ਕਰਾਂਗੇ ਇਹਦੇ ਫਸਟ ਏਡ। ਫਸਟ ਏਡ ਕੀ ਹੁੰਦੀ ਹੈ, ਉਹਦੇ ਕੀ ਪ੍ਰਿੰਸੀਪਲਸ ਨੇ, ਇਹ ਆਪਾਂ ਅੱਗੇ ਕਰਾਂਗੇ। ਥੈਂਕਸ ਜੀ।